ਅਹਿਬਾਬ ਗਰੇਵਾਲ ਜੀ ਦਾ ਰੁਖ ਕਰਦੇ ਹਾਂ। ਗਰੇਵਾਲ ਸਾਹਿਬ, ਦੇਖੋ ਪੋਲੀਟੀਕਲ ਵੈਂਡੇਟਾ ਦੇ ਇਲਜ਼ਾਮ ਪਹਿਲਾਂ ਵੀ ਤੁਹਾਡੇ ਦੇ ਉੱਤੇ ਲੱਗੇ, ਜਦੋਂ ਐਕਸ਼ਨ ਹੋਇਆ ਹੁਣ ਇੱਕ ਵਾਰ ਫੇਰ ਲੱਗ ਰਹੇ ਨੇ। ਕਹਿੰਦੇ ਐਕਸਪੋਜ਼ ਕਰਦੀ ਹੈ ਕਾਂਗਰਸ, ਇਸ ਕਰਕੇ ਤੁਹਾਨੂੰ ਤਕਲੀਫ ਹੁੰਦੀ ਹੈ, ਇਸ ਕਰਕੇ ਇਸ ਤਰੀਕੇ ਦੇ ਐਕਸ਼ਨ ਦੇਖਣ ਨੂੰ ਮਿਲਦੇ ਨੇ ਵਿਜੀਲੈਂਸ ਦੇ। ਗੌਰਵ ਜੀ ਜਮ ਕਰਨ, ਮੈਂ ਤਾਂ ਇੱਕ ਗੱਲ ਕਹਿਣੀ ਹੈ ਕਿ ਇੱਕ ਵਾਅਦਾ ਕੀਤਾ ਸੀ ਮਾਨ ਸਾਹਿਬ ਨੇ ਕਿ ਪੰਜਾਬ ਦਾ ਪੈਸਾ ਜਿਹਨੇ ਵੀ ਖਾਦਾ ਉਹ ਤੋਂ ਹਿਸਾਬ ਲਿਆ ਜਾਊਗਾ। ਐਂਡ ਇੱਕ ਛੋਟੀ ਜਿਹੀ ਬੇਨਤੀ ਸੀ, ਤੁਸੀਂ ਸਾਬਕਾ ਕਿਹਾ, ਅਸੀਂ ਤਾਂ ਮੌਜੂਦਾ ਵੀ ਫੜੀ ਜਾਂਦੇ ਹਾਂ ਜੀ, ਅਸੀਂ ਤਾਂ ਮੌਜੂਦਾ ਫੜੀ ਜਾਂਦੇ ਹਾਂ। ਦੂਜੀ ਬਾਈ ਇਲੈਕਸ਼ਨ ਹੋ ਗਈ ਪੰਜਾਬ 'ਚ ਜਿੱਥੇ ਕਿਤੇ ਕੋਈ ਧੱਕਾ ਨਹੀਂ ਹੋਇਆ, ਰੂਲਿੰਗ ਪਾਰਟੀ ਦੇ ਐਮਐਲਏ ਦੇ ਪਰਚੇ ਹੋਏ। ਚਲੋ ਪਹਿਲੀ ਗੱਲ। ਦੂਜੀ ਗੱਲ, ਜਦੋਂ ਕਰਪਸ਼ਨ ਨੂੰ ਟੋਲਰੈਂਸ ਹੈ ਨਹੀਂ ਤਾਂ ਹੈ ਨਹੀਂ। ਸਾਡੇ ਕੋਲ ਕੋਈ ਵਾਸ਼ਿੰਗ ਮਸ਼ੀਨ ਨਹੀਂ, ਜੋ ਵੀ ਕੋਈ ਕਿਤੇ ਵੀ ਹੈ, ਜੇ ਉਹਨੇ ਕਰਪਸ਼ਨ ਕੀਤੀ ਹੈ ਪੰਜਾਬ ਦੇ ਪੈਸੇ ਦਾ ਹਿਸਾਬ ਲਿਆ ਜਾਊਗਾ। ਹੁਣ ਤੁਸੀਂ 5-6 ਵਾਰੀ ਕਾਂਗਰਸ ਦਾ ਨਾਮ ਸੁਣੋਗੇ, ਮਾਫੀ ਚਾਹੂੰਗਾ। ਕਾਂਗਰਸ ਜਿਹੜੀ ਹੈ ਉਹ 4.5 ਸਾਲ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੇ ਅੰਡਰ ਰਹੀ, ਉਸ ਤੋਂ ਬਾਅਦ ਕਾਂਗਰਸ ਦਾ ਰਾਜ ਆਇਆ ਪੰਜਾਬ 'ਚ। ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਲੀਡਰਾਂ ਬਾਰੇ ਕਹਿ ਰਹੇ ਸੀਗੇ ਕਿ ਸੋਨੀਆ ਜੀ ਨੂੰ ਮੈਂ ਲਿਸਟ ਦਿੱਤੀ ਹੈ 450 ਬੰਦਿਆਂ ਦੀ, ਤੇ ਕਾਂਗਰਸ ਦੇ ਲੀਡਰਾਂ ਨੂੰ ਬਚਾਉਣ ਲਈ ਸੋਨੀਆ ਜੀ ਕਹਿੰਦੇ ਵੀ ਕਾਂਗਰਸ ਦਾ ਨਾਮ ਨਾ ਲਿਓ, ਕੈਪਟਨ ਜੀ ਰਹਿਣ ਦਿਓ। ਉਸ ਤੋਂ ਬਾਅਦ ਸਿੱਧੂ ਸਾਹਿਬ ਆਏ, ਉਹਨਾਂ ਨੇ ਕਿਹਾ ਕਾਂਗਰਸ ਦੇ ਵਿੱਚ ਠੱਗ ਤੇ ਚੋਰ ਇਕੱਠੇ ਹੋ ਗਏ ਨੇ, ਕਰੋੜਾਪਤੀ ਹੋ ਗਏ ਨੇ ਤੇ ਕਾਂਗਰਸ ਬਹੁਤ ਕਰਪਟ ਹੋ ਗਈ ਹੈ। ਫਿਰ ਇਹਨਾਂ ਨੇ ਸਿੱਧੂ ਸਾਹਿਬ ਨੂੰ ਚੁੱਪ ਕਰਾਤਾ, ਸਿੱਧੂ ਸਾਹਿਬ ਨੂੰ ਵੱਧ ਕੇ ਕੈਪਟਨ ਸਾਹਿਬ ਲਾ ਲਏ। ਫਿਰ ਚੰਨੀ ਜੀ ਆ ਗਏ, ਉਹ ਕਹਿੰਦੇ ਕਾਂਗਰਸ ਸਭ ਕੁਝ ਵਧੀਆ ਕਰਦੀ ਹੈ। ਫਿਰ ਕਾਂਗਰਸ ਦੇ ਭਾਣਜੇ ਭਤੀਜਿਆਂ ਨੇ ਘਰੋਂ 10-10 ਕਰੋੜ ਲੱਭਣ ਲੱਗ ਗਏ। ਫਿਰ ਕਾਂਗਰਸ ਕਹਿੰਦੀ ਵੀ ਅਸੀਂ ਤਾਂ ਹੁਣ ਨਵਾਂ ਰੂਪ ਲੈ ਕੇ ਆਏ ਹਾਂ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇੱਕ ਕਿਸੇ ਪਾਰਟੀ ਦਾ 25 ਵਾਰੀ ਨਾਮ ਲੈਣ ਨਾਲ ਕੋਈ ਫਰਕ ਨਹੀਂ ਪੈਂਦਾ। ਅਸਲੀ ਗੱਲ ਇਹ ਹੈ ਕਿ ਜਿਹਨੇ ਧਰੋ ਕਮਾਇਆ, ਜਿਹਨੇ ਪੰਜਾਬ ਨਾਲ ਧਰੋ ਕਮਾਇਆ, ਜਿਹਨੇ ਪੰਜਾਬ ਦਾ ਪੈਸਾ ਖਾਇਆ, ਉਹ ਫੜਿਆ ਜਾਊਗਾ। ਮਾਨ ਸਾਹਿਬ ਨੇ ਇੱਕ ਵਾਅਦਾ ਕੀਤਾ ਸੀ, ਮੈਂ ਇੱਕ ਪਾਰਟਿਕੂਲਰ ਕੇਸ ਦੀ ਗੱਲ ਤੇ ਨਹੀਂ ਕਹੂੰਗਾ, ਮੈਂ ਵਕੀਲ ਨਹੀਂ, ਮੈਂ ਗਵਾਹ ਨਹੀਂ। ਆਮ ਆਦਮੀ ਪਾਰਟੀ ਇਹ ਮੰਨਦੀ ਹੈ ਕਿ ਐਮਐਲਏ ਇੱਕ ਪਬਲਿਕ ਸਰਵੈਂਟ ਹੈ। ਜਦੋਂ ਤੁਹਾਨੂੰ ਪਬਲਿਕ ਚੁਣ ਕੇ ਭੇਜਦੀ ਹੈ, ਤੁਸੀਂ ਪਬਲਿਕ ਦੇ ਨੌਕਰ ਹੋ। ਸੈਕਸ਼ਨ, ਆਈਪੀਸੀ, ਸੰਵਿਧਾਨ ਜੋ ਵੀ ਕੁਝ ਕਹਿੰਦਾ, ਜਦੋਂ ਅਸੀਂ ਪਾਵਰ ਚਾਹਾਂਗੇ ਅਸੀਂ ਬਦਲ ਲਾਂਗੇ। ਅਸੀਂ ਪੈਨਸ਼ਨ ਵੀ ਇੱਕ ਕਰਤੀ, ਅਸੀਂ ਉਹ ਵੀ ਬਦਲ ਲਾਂਗੇ। ਪਰ ਅਸੀਂ ਇਹ ਮੰਨਦੇ ਹਾਂ ਕਿ ਐਮਐਲਏ ਐਮਪੀ ਪਬਲਿਕ ਦੇ ਨੌਕਰ ਨੇ। ਠੀਕ ਹੈ, ਨਹੀਂ ਚਲੋ ਆਪਾਂ ਪੁਆਇੰਟ ਤੇ ਆਵਾਂ। ਛੋਟੇ ਸਵਾਲ ਨੇ ਦੋ, ਉਸ ਤੋਂ ਬਾਅਦ ਮੈਂ ਢਾਂਡਾ ਸਾਹਿਬ ਔਰ ਸੋਢੀ ਸਾਹਿਬ ਦਾ ਰੁਖ ਕਰਦਾ। ਦੇਖੋ ਕਨਵਿਕਸ਼ਨ ਰੇਟ ਕਿੰਨੀ ਹੈ, ਉਸ ਦੇ ਉੱਤੇ ਤਾਂ ਗੱਲ ਹੋਣੀ ਚਾਹੀਦੀ ਹੈ ਕਿ ਜੇ ਵਿਜੀਲੈਂਸ ਐਕਸ਼ਨ ਕਰ ਰਹੀ ਹੈ ਔਰ ਕਿਸ ਦੇ ਉੱਤੇ ਇਲਜ਼ਾਮ ਲੱਗਣ ਦਾ ਮਤਲਬ ਇਹ ਨਹੀਂ ਕਿ ਉਹ ਦੋਸ਼ੀ ਸਾਬਿਤ ਹੋ ਗਿਆ। ਉਹ ਕਹਿੰਦੇ ਕਿ ਤੁਸੀਂ ਸਬੂਤ ਦੱਸੋ ਕਿਹੜੇ ਨੇ ਕਿ 245% ਜੇ ਜ਼ਿਆਦਾ ਖਰਚਾ ਕਰ ਦਿੱਤਾ ਗਿਆ ਆਮਦਨ ਤੋਂ ਜ਼ਿਆਦਾ, ਤਾਂ ਦੱਸੋ ਕਿੱਥੇ ਖਰਚਾ ਹੋ ਗਿਆ, ਕਿਹੜਾ ਅੰਕੜਾ ਹੈ? ਜੀ ਸਰ, ਉਹ ਵਿਜੀਲੈਂਸ ਕੋਰਟ 'ਚ ਦੱਸੇਗੀ। ਤੇ ਕਨਵਿਕਸ਼ਨ ਰੇਟ ਸਤਿਕਾਰਯੋਗ ਨੇ ਖੜਿਆਲ ਸਾਹਿਬ, ਲਾਇਰ ਨੇ, ਇਹਨਾਂ ਨੂੰ ਪਤਾ ਕਿ 1 ਸਾਲ 'ਚ ਤਾਂ ਕਨਵਿਕਸ਼ਨ ਕਿਤੇ ਵੀ ਨਹੀਂ ਹੁੰਦੀ ਜੀ ਹਿੰਦੁਸਤਾਨ 'ਚ। ਆਈਪੀਸੀ ਜਿਹੜਾ ਅੰਗਰੇਜ਼ਾਂ ਦਾ ਬਣਾਇਆ ਹੋਇਆ, ਪਰ ਅਸੀਂ ਵਾਟਰ ਟਾਈਟ ਕੇਸ ਜ਼ਰੂਰ ਬਣਾ ਰਹੇ ਹਾਂ ਜੀ। ਐਂਡ ਜਿਹੜਾ 245% ਵਜ੍ਹਾ ਜੋ ਵੀ ਚਾਰਜਸ਼ੀਟ ਲਿਖਿਆ, ਮੈਂ ਕੀ ਕਹਿ ਰਿਹਾ ਗੌਰਵ ਜੀ, ਮੈਂ ਇੰਡੀਵਿਜੂਅਲ ਕੇਸ ਤੇ ਗੱਲ ਨਹੀਂ ਕਰਨੀ, ਵਿਜੀਲੈਂਸ ਉਹਦਾ ਜਵਾਬ ਦੇ ਦੇਗੀ। ਹੁਣ ਟਾਈਮ ਅਮਾਉਂਟ ਦਾ ਰੌਲਾ ਪਾ ਲਓ, ਜੋ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਐਕਸ਼ਨ ਇਸ ਤੋਂ ਪਹਿਲਾਂ ਹੋਏ ਉਸ ਦੇ ਉੱਤੇ ਵੀ ਮੋਹਰ ਲਗਾ ਦਿੱਤੀ ਜਲੰਧਰ ਦੀ ਜਨਤਾ ਨੇ ਕਿ ਹਾਂ ਠੀਕ ਹੈ, ਤੁਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਐਕਸ਼ਨ ਸਹੀ ਕਰ ਰਹੇ ਹੋ? ਸਰ, ਜਲੰਧਰ ਦੇ ਲੋਕਾਂ ਕੋਲ ਅਸੀਂ ਬੇਨਤੀ ਲੈ ਕੇ ਗਏ, ਮੈਂ ਖੁਦ ਸੀਗਾ ਜੀ, 40 ਦਿਨ ਉੱਥੇ ਸੀ। ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਕੁਝ ਵੀ ਇਹ ਨਾ ਸਮਝੋ, ਅਸੀਂ ਨਹੀਂ ਕਲੇਮ ਕਰ ਰਹੇ ਕਿ ਸਭ ਕੁਝ ਪਰਫੈਕਟ ਹੈ, ਪਰ ਜੇ ਤੁਹਾਨੂੰ ਇਹ ਲੱਗਦਾ ਕਿ ਭਗਵੰਤ ਮਾਨ ਸਾਹਿਬ ਨੇ ਪਿਛਲੇ 13-14 ਮਹੀਨਿਆਂ 'ਚ ਆਪਣਾ ਜੀ ਜਾਨ ਲਾਤਾ, ਜੇ ਉਹਨਾਂ ਨੇ ਕਰਪਸ਼ਨ ਲਈ ਜ਼ੀਰੋ ਟੋਲਰੈਂਸ ਦਿਖਾਈ, ਜੇ ਉਹਨਾਂ ਨੇ ਹਰ ਉਹ ਵਾਅਦਾ ਪੂਰਾ ਕਰਨ ਲਈ ਹਰ ਕੋਸ਼ਿਸ਼ ਨਹੀਂ ਕੀਤੀ, ਫਿਰ ਤੁਸੀਂ ਸਾਨੂੰ ਵੋਟ ਨਾ ਪਾਇਓ, ਨਹੀਂ ਤਾਂ ਪਾ ਦਿਓ। ਉਹਨਾਂ ਨੇ ਦੱਸਤਾ ਜੀ। ਠੀਕ ਹੈ, ਮਤਲਬ ਤੁਸੀਂ ਕਹਿ ਰਹੇ ਹੋ ਕਿ ਮੋਹਰ ਲੱਗੀ ਬਹੁਤ ਦੇਰ ਦਾ। ਚਲੋ ਆਪਾਂ ਬਾਕੀ ਜਨਤਾ ਜਨਾਰਦਨ ਜੀ, ਜਨਤਾ ਜਨਾਰਦਨ ਇੱਕ ਮਿੰਟ ਲਊਂਗਾ ਪਲੀਜ਼, ਬਹੁਤ ਥੋੜਾ ਸਮਾਂ ਲਿਓ। ਟਾਂਡਾ ਜੀ ਔਰ ਸੋਢੀ ਸਾਹਿਬ ਵੇਟ ਕਰ ਰਹੇ ਨੇ ਖੜਿਆਲ। ਬਹੁਤ ਬਰੀਫ। ਪਹਿਲਾਂ ਤਾਂ ਆਮ ਆਦਮੀ ਪਾਰਟੀ ਦਾ ਕਹਿਣਾ ਬੜਾ ਮੈਨੂੰ ਇਹ ਨਹੀਂ ਸਮਝ ਆਉਂਦਾ ਵੀ ਤਰਸ ਆਵੇ ਕਿ ਹੱਸਾ ਇਹਨਾਂ ਤੇ। ਕਹਿੰਦੇ ਆਮ ਆਦਮੀ ਪਾਰਟੀ ਦੇ ਹਿਸਾਬ ਨਾਲ ਇੱਕ ਐਮਐਲਏ ਪਬਲਿਕ ਸਰਵੈਂਟ ਹੁੰਦਾ ਹੈ। ਹੁਣ ਗੌਰਵ ਜੀ, ਅਫਸੋਸ ਦੀ ਗੱਲ ਆਮ ਆਦਮੀ ਪਾਰਟੀ ਲਈ ਇਹ ਹੈ ਕਿ ਕੋਰਟ ਆਮ ਆਦਮੀ ਪਾਰਟੀ ਦੇ ਹਿਸਾਬ ਨਾਲ ਨਹੀਂ ਚੱਲਦੀ, ਕੋਰਟ ਕਨਸਟੀਟਿਊਸ਼ਨ ਸੰਵਿਧਾਨ ਦੇ ਹਿਸਾਬ ਨਾਲ ਚੱਲਦੀ ਹੈ। ਆਈਪੀਸੀ ਦੀ ਧਾਰਾ 21 ਚੱਕੋ, ਉਹਦੇ ਵਿੱਚ ਪਬਲਿਕ ਸਰਵੈਂਟ ਕੌਣ ਹੁੰਦਾ ਡਿਫਾਈਨਡ ਹੈ। ਮੈਨੂੰ ਪ੍ਰੂਵ ਰੌਂਗ ਕਰ ਦੋ ਡਿਬੇਟ ਦੇ ਵਿੱਚ, ਤੁਹਾਨੂੰ ਮਾਫੀ ਮੰਗ ਕੇ ਜਾਊਂਗਾ। ਮੈਂ ਇੱਕ ਚੀਜ਼ ਸਮਝਣੀ ਚਾਹੁੰਦਾ ਤੁਹਾਡੇ ਤੋਂ, ਇੱਕ ਸੈਕਿੰਡ। ਨਹੀਂ ਖੜਿਆਲ ਸਾਹਿਬ, ਤੁਸੀਂ ਟੈਕਨੀਕਲਿਟੀਜ਼ ਦੇ ਵਿੱਚ ਜਾ ਰਹੇ ਹੋ ਜੇ ਮੋਟੇ ਤੌਰ ਦੇ ਉੱਤੇ। ਗੌਰਵ ਜੀ ਨਾ ਇਹ ਟੈਕਨੀਕੈਲਿਟੀ ਨਹੀਂ ਗੌਰਵ ਜੀ, ਪਬਲਿਕ ਸਰਵੈਂਟ ਧਾਰਾ ਹੀ ਇਹ ਹੈ। ਪਬਲਿਕ ਸਰਵੈਂਟ ਤੁਸੀਂ ਕਹਿ ਰਹੇ ਹੋ ਕਿ ਪਬਲਿਕ ਸਰਵੈਂਟ ਦੱਸ ਕੇ ਉਹ ਧਾਰਾ ਲਗਾ ਦਿੱਤੀ ਜਿਹੜੀ ਨਹੀਂ ਲੱਗ ਸਕਦੀ। ਇਹ ਧਾਰਾ ਲੱਗ ਕੋਰਟ 'ਚ ਛਡਾ ਲਓ, ਕੋਰਟ 'ਚ ਛਡਾ ਲਓ। ਵਿੱਚ ਨਾ ਬੋਲੋ ਕਾਈਂਡਲੀ। ਦੇਖੋ ਥੋੜੇ ਟਾਈਮ ਸੁਣਿਆ ਨਾ, ਮੈਂ ਸੁਣ ਲਓ। ਹੁਣ ਪਹਿਲਾਂ ਤਾਂ ਗੌਰਵ ਜੀ ਇਹ ਧਾਰਾ ਹੀ ਗਲਤ ਹੈ। ਇੱਥੋਂ ਐਕਸਪੋਜ਼ ਹੁੰਦੀ ਹੈ ਪੋਲੀਟੀਕਲ ਵੈਂਡੇਟਾ, ਪਤਾ ਲੱਗਦਾ, ਝਲਕਦਾ ਕਿ ਇਹ ਧਾਰਾ ਲੱਗਦੀ ਹੀ ਨਹੀਂ, ਬਣਦੀ ਹੀ ਨਹੀਂ। ਮੈਂ ਇਹ ਕਹਿ ਰਿਹਾ ਕਿ ਪਬਲਿਕ ਡਿਫਾਈਨਡ ਹੈ। ਇਹ ਜੇ ਮੈਨੂੰ ਦਿਖਾ ਦੇਣ
ਆਈ ਟੇਕ ਮਾਈ ਵਰਡ ਬੈਕ, ਨਹੀਂ ਤਾਂ ਗਰੇਵਾਲ ਸਾਹਿਬ ਲੈਣ। ਦੂਜੀ ਗੱਲ, ਜੇ ਕਹਿੰਦੇ ਪਬਲਿਕ ਸਰਵੈਂਟ ਹੈ, ਇਹ ਆਪਦੇ ਆਪ ਨੂੰ ਜੱਜ, ਜੂਰੀ, ਐਗਜ਼ੀਕਿਊਸ਼ਨਰ ਕਹਿੰਦੇ ਹੈ, ਤਾਂ 197 ਕਲੌਜ਼ 1 CRPC ਦਾ ਕਹਿੰਦਾ ਹੈ ਵੀ ਪਬਲਿਕ ਸਰਵੈਂਟ ਨੂੰ ਪ੍ਰੋਸੀਕਿਊਟ ਕਰਨ ਤੋਂ ਪਹਿਲਾਂ, ਕੇਸ ਦਰਜ ਕਰਨ ਤੋਂ ਪਹਿਲਾਂ ਸੈਂਕਸ਼ਨ ਲੈਣਾ ਪੈਂਦਾ ਅਪਾਇੰਟਿੰਗ ਅਥਾਰਟੀ ਤੋਂ। ਕਿੱਥੇ ਹੈ ਸੈਂਕਸ਼ਨ, ਕਿਤੋਂ ਲਿਆ, ਕਦੋਂ ਲਿਆ, ਕੋਈ ਜਵਾਬ ਨਹੀਂ। ਮੈਂ ਜਵਾਬ ਲੈਣਾ, ਥੋੜਾ ਵੇਟ ਕਰਿਓ। ਹੁਣ ਆਪਾਂ ਸਾਰਿਆਂ ਤੋਂ ਇੱਕ ਵਾਰੀ ਰਿਐਕਸ਼ਨ ਲੈਣਾ, ਉਸ ਤੋਂ ਬਾਅਦ ਗਰੇਵਾਲ ਸਾਹਿਬ ਥੋੜੀ ਵੇਟ ਕਰਿਓ। ਮੈਂ ਟਾਂਡਾ ਸਾਹਿਬ ਦਾ ਰੁਖ ਕਰਦਾ। ਇਨਫੈਕਟ ਟਾਂਡਾ ਸਾਹਿਬ ਬਹੁਤ ਸੀਨੀਅਰ ਵਕੀਲ ਨੇ, ਸਾਡੇ ਨਾਲ ਜੁੜੇ ਹੋਏ ਨੇ। ਟਾਂਡਾ ਸਾਹਿਬ, ਇੱਕ ਤਾਂ ਵਿਜੀਲੈਂਸ ਦੇ ਐਕਸ਼ਨ ਨੂੰ ਅਕਾਲੀ ਦਲ ਕਿਵੇਂ ਦੇਖ ਰਿਹਾ? ਪੁਆਇੰਟ ਨੰਬਰ 2, ਇਹ ਪਬਲਿਕ ਸਰਵੈਂਟ ਵਾਲਾ ਧਾਰਾ ਵਾਲਾ ਜੋ ਖੜਿਆਲ ਸਾਹਿਬ ਜ਼ਿਕਰ ਕਰ ਰਹੇ ਨੇ, ਤੁਹਾਨੂੰ ਵੀ ਇਸ ਦੇ ਉੱਪਰ ਕੁਐਸਚਨ ਮਾਰਕ ਹੈ, ਆਬਜੈਕਸ਼ਨ ਹੈ ਕਿ ਨਹੀਂ ਇਹ ਧਾਰਾ ਲੱਗ ਹੀ ਨਹੀਂ ਸਕਦੀ ਸੀ? ਸਰ ਕੁਐਸਚਨ ਇਹ ਨਹੀਂ ਹੈ ਕਿ ਅਕਾਲੀ ਦਲ ਕਿਵੇਂ ਦੇਖਦਾ, ਸਵਾਲ ਇਹ ਹੈ ਕਿ ਲਾਅ ਆਫ ਲੈਂਡ ਕੀ ਹੈ। MLA ਇਜ਼ ਨਾਟ ਪਬਲਿਕ ਸਰਵੈਂਟ। ਕਿਸੇ ਕੋਲ ਵੀ ਇਲ ਗੋਟਨ ਮਨੀ ਹੋ ਸਕਦੀ ਹੈ, ਬਲੈਕ ਦਾ ਪੈਸਾ ਹੋ ਸਕਦਾ, ਉਹ ਇਨਕਮ ਟੈਕਸ ਵਾਲੇ ਤਾਂ ਰੇਡ ਕਰ ਸਕਦੇ ਹਨ। ਇੱਕ MLA ਜਿਹਦੇ ਕੋਲ ਪਬਲਿਕ ਆਫਿਸ ਨਹੀਂ ਹੈ, ਉਹਨੂੰ ਕਹਿਣਾ ਕਿ ਡਿਸਪ੍ਰੋਪੋਰਸ਼ਨੇਟ ਐਸੈਟ ਹੈ ਜਿਹੜਾ ਉਸ ਡੈਫੀਨੇਸ਼ਨ 'ਚ ਫਾਲ ਨਹੀਂ ਕਰਦਾ, ਇਸ ਤੋਂ ਵੱਡਾ ਵੈਂਡੇਟਾ ਕੀ ਹੋਊਗਾ? ਇਹਦੇ ਤੇ ਕਲੈਰਿਟੀ ਹੈ, ਕੋਈ ਦੋ ਰਾਏ ਨਹੀਂ ਹੈ। ਜਾਂ ਕਹੋ ਕਿ ਇਸ ਆਫਿਸ ਬੰਦੇ ਨੇ ਕਿਸੇ ਹੋਰ ਬੰਦੇ ਦਾ ਜਿਹੜਾ ਪਬਲਿਕ ਆਫਿਸ ਹੋਲਡ ਕਰਦਾ ਸੀ ਉਹਦੀ ਅਥਾਰਟੀ ਯੂਜ਼ ਕਰਕੇ ਕਰਪਸ਼ਨ ਕੀਤੀ ਹੈ, ਫਿਰ ਉਹਨੂੰ ਬਣਾਓ ਨਾ ਅਕਿਊਜ਼ ਨਾਲ, ਫਿਰ ਬਣਾ ਸਕਦੇ ਹੋ। ਬਟ ਹਲੇ ਤੱਕ ਤਾਂ ਤੁਸੀਂ ਪਬਲਿਕ ਸਰਵੈਂਟ ਵਾਲੇ ਦਾ ਕਿਸੇ ਦਾ ਜ਼ਿਕਰ ਹੀ ਨਹੀਂ ਕੀਤਾ। ਐਂਡ ਡੈਫੀਨੇਟਲੀ ਇਹ ਵੈਂਡੇਟਾ ਹੈ, ਇਹਦੇ 'ਚ ਕੋਈ ਡਾਊਟ ਨਹੀਂ ਹੈ। ਇਹ ਹੋਮਵਰਕ ਨਹੀਂ ਕੀਤਾ ਵਿਜੀਲੈਂਸ ਨੇ। ਹੁਣ ਜਿਹੜੀ ਗੱਲ ਅਹਿਬਾਬ ਜੀ ਕਹਿੰਦੇ ਆ, ਅਹਿਬਾਬ ਜੀ ਦੀ ਗੱਲ ਮੈਂ ਕਦਰ ਕਰਦਾ, ਪਰ ਅਹਿਬਾਬ ਜੀ ਐਰੋਗੈਂਸ ਜਿਹੜੀ ਹੈ ਨਾ, ਉਹ ਕਦੇ ਬਹੁਤਾ ਦੇਰ ਲੋਕੀ ਲਾਈਕ ਨਹੀਂ ਕਰਦੇ। ਅੱਜ ਜਿਵੇਂ ਭਗਵੰਤ ਮਾਨ ਜੀ ਬੋਲ ਰਹੇ ਸੀ ਨਾ, ਜਿਸ ਤਰੀਕੇ ਦੇ ਨਾਲ ਉਹ ਫਾਰਮਰ ਡਿਪਟੀ ਚੀਫ ਮਿਨਿਸਟਰ ਸੁਖਬੀਰ ਬਾਦਲ ਜੀ ਨੂੰ ਬੋਲ ਰਹੇ ਸੀ, ਜਿਸ ਤਰ੍ਹਾਂ ਹੋਰਾਂ ਨੂੰ ਬੋਲ ਰਹੇ ਸੀ, ਐਂਡ ਇਹ ਬੜਾ ਅਨਫੋਰਚੂਨੇਟ ਹੈ ਜਿਸ ਤਰ੍ਹਾਂ ਉਹਨਾਂ ਨੇ ਅਸੈਂਬਲੀ ਦੇ ਵਿੱਚ ਪ੍ਰਿਤਾਂ ਪਾਈਆਂ, ਐਂਡ ਜਿਸ ਤਰ੍ਹਾਂ ਦੀਆਂ ਹੁਣ ਪ੍ਰਿਤਾਂ ਤੁਸੀਂ ਵੈਂਡੇਟਾ ਦੀ ਪਾ ਰਹੇ ਹੋ, ਇਹ ਕੌਨਸੀਕੁਐਂਸਿਸ ਬੂਮਰੈਂਗ ਕਰਨਗੇ। ਦੇਖਿਓ ਤੁਸੀਂ ਹਾਲਾਤ ਕੀ ਹੋਣਗੇ। ਹੈਲਦੀ ਟ੍ਰੈਂਡ ਨਹੀਂ ਹੈ ਕਿ ਇਸ ਤਰ੍ਹਾਂ ਦੀ ਲੈਂਗੁਏਜ ਯੂਜ਼ ਕਰਨੀ ਐਂਡ ਮਾਫ ਕਰਨਾ। ਮੈਂ ਕਦੇ ਕਹਿਣਾ ਨਹੀਂ ਸੀ ਚਾਹੁੰਦਾ, ਹੁਣ ਮੈਂ ਕਹਿਣਾ ਚਾਹੂੰਗਾ ਕਿ ਜਦੋਂ ਇੱਕ ਭੋਗ ਦਾ ਇਨਸੀਡੈਂਟ ਹੋਇਆ ਜਿੱਥੇ ਲੋਕਾਂ ਨੇ ਇਤਰਾਜ਼ ਕੀਤਾ, ਜਿਸ ਹਾਲਾਤ 'ਚ ਗਏ ਸੀ, ਉਦੋਂ ਸੁਖਬੀਰ ਬਾਦਲ ਜੀ ਨੇ ਕੇਸ ਰਜਿਸਟਰ ਹੋਣ ਨਹੀਂ ਸੀ ਦਿੱਤਾ। ਲੋਕੀ ਬਹੁਤ ਕਹਿੰਦੇ ਸੀ ਬਿਕੋਜ਼ ਅਸੀਂ ਆਪਣੀ ਪ੍ਰੋਪਰਾਈਟਰੀ ਸਮਝਦੇ। ਜਵਾਬ ਦਊਂਗਾ ਜੀ। ਇਸੇ ਤਰ੍ਹਾਂ ਨਹੀਂ ਕੋਈ ਜਵਾਬ ਤਾਂ ਜਿੰਨੇ ਮਰਜ਼ੀ ਦੇ ਦਿਓ, ਨਹੀਂ ਜਵਾਬ ਤਾਂ ਤੁਸੀਂ ਹਰੇਕ ਨੂੰ ਦਿਓਗੇ। ਤੁਹਾਡੇ ਕੋਲ ਤਾਂ ਕਾਨੂੰਨ ਵੀ ਬਦਲ ਦੋਗੇ, 92 ਬੰਦੇ ਹੋ, ਤੁਹਾਨੂੰ ਦਊਂਗਾ ਸਰ, ਤੁਹਾਨੂੰ ਦਊਂਗਾ ਸਰ, ਪਲੀਜ਼। ਤੁਸੀਂ ਬੋਲ ਸਕਦੇ ਹੋ ਬਿਕੋਜ਼ ਸਰਕਾਰ ਦੀ ਲਗਾਮ ਤੁਹਾਡੇ ਕੋਲ ਹੈ। ਨਹੀਂ ਤੁਸੀਂ ਮਾਲਕ ਹੋ ਸਰ, ਤੁਸੀਂ ਪ੍ਰਚੰਡ ਤੁਹਾਡੇ ਕੋਲ ਅਥਾਰਟੀ ਹੈ, ਤੁਸੀਂ ਸਭ ਕਰ ਸਕਦੇ ਹੋ। ਐਂਡ ਪਬਲਿਕ ਨੇ ਤੁਹਾਨੂੰ ਦਿੱਤੀ ਹੈ, ਐਂਡ ਤੁਸੀਂ ਹੁਣ ਜਿੱਤੇ ਹੋ। ਇਹ ਵੀ ਮੈਂ ਐਕਸੈਪਟ ਕਰਦਾ ਕਿ ਦੇयर इज ਨਥਿੰਗ ਸਕਸੀਡਸ ਲਾਈਕ ਸਕਸੈਸ। ਤੁਸੀਂ ਬਹੁਤ ਕਾਮਯਾਬ ਹੋਏ ਹੋ ਇਹਦੇ 'ਚ ਵੀ। ਕਿਸ ਤਰ੍ਹਾਂ ਹੋਇਆ ਮੈਂ ਕਮੈਂਟ ਨਹੀਂ ਕਰਨਾ ਚਾਹਦਾ, ਕਿਉਂਕਿ ਸਾਰੀਆਂ ਹੋਰ ਪਾਰਟੀਆਂ ਵੀ ਇਹੀ ਕੁਝ ਕਰਦੀਆਂ ਰਹੀ। ਮੈਂ ਗੱਲਾਂ ਇਹ ਕਰਨਾ ਚਾਹੁੰਦਾ ਕਿ ਜਦ ਤੁਸੀਂ ਵਿਕਰਮ ਮਜੀਠੀਆ ਜੀ ਵਾਲੇ ਬੋਲਿਆ, ਉਹਨਾਂ ਨੂੰ ਇੱਕ ਦਿਨ ਮਜਬੂਰਨ ਦੱਸਣਾ ਪਿਆ ਕਿ ਸਵੇਰੇ 6 ਵਜੇ ਕਿਸ ਹਾਲਾਤ 'ਚ ਇਹ ਆਪ ਦੇ ਕੋਹਿਨੂਰ ਹੀਰਾ ਜੀ ਸ਼ੰਭੂ ਬਾਰਡਰ ਤੇ ਰੋਕੇ ਗਏ ਸੀ ਤਾਂ ਕਿਵੇਂ ਉਹਨਾਂ ਨੇ ਛੁਡਾਇਆ ਸੀ। ਪਲੀਜ਼ ਐਡਵਾਈਸ ਹਿਮ ਕਿ ਥੋੜੀ ਜਿਹੀ ਲੈਂਗੁਏਜ ਤੇ ਆਪਣੇ ਤੇ ਨਾ ਕੰਟਰੋਲ ਕਰਨ, ਨਹੀਂ ਤਾਂ ਲੋਕ ਬੋਲਣਗੇ। ਐਂਡ ਜੇ ਬੋਲਣਗੇ, ਸਾਨੂੰ ਚੰਗਾ ਨਹੀਂ ਲੱਗਦਾ ਕਿ ਸਾਡੇ ਮੁੱਖ ਮੰਤਰੀ ਬਾਰੇ ਬੋਲਣ। ਮੁੱਖ ਮੰਤਰੀ ਜਦੋਂ ਕਹਿੰਦੇ ਆ ਨਾ ਗਲਾ ਪਾੜ ਕੇ ਕਿ 3 ਕਰੋੜ, ਐਂਡ ਜਿਹੜਾ ਬੱਸ ਦਾ ਸਟੈਂਡ ਦਾ ਉਦਘਾਟਨ ਕਰਕੇ ਆਏ ਆ, ਉਹਨਾਂ ਨੂੰ ਮੈਂ ਤੁਹਾਡੇ ਰਾਹੀਂ ਸਵਾਲ ਪੁੱਛ ਲੈਣਾ, ਕਿੰਨੇ ਪੈਸੇ ਸਰਕਾਰ ਨੇ ਉਹਦੇ ਤੇ ਲਾਏ? ਜਵਾਬ ਦਵਾਂ ਸਰ, ਜਵਾਬ ਲੈ ਲਿਓ ਜਿੰਨੇ ਮਰਜ਼ੀ, ਪਰ ਅੱਛਾ ਨਹੀਂ ਲੱਗਦਾ ਸਰ ਜੀ। ਮੈਂ ਗਰੇਵਾਲ ਸਾਹਿਬ ਥੋੜੀ ਵੇਟ ਕਰਿਓ ਇੱਕ ਵਾਰੀ। ਓਕੇ, ਥੋੜੀ ਵੇਟ ਕਰ ਲਓ। ਆਪਾਂ ਸੋਢੀ ਸਾਹਿਬ ਨੂੰ ਇੱਕ ਵਾਰੀ ਐਡ ਕਰ ਲਈ, ਉਸ ਤੋਂ ਬਾਅਦ ਤੁਸੀਂ ਇਕੱਠੇ ਰਿਐਕਟ ਕਰ ਦਿਓ। ਦਿਆਲ ਸਿੰਘ ਸੋਢੀ ਸਾਡੇ ਨਾਲ ਜੁੜੇ ਹੋਏ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਸੋਢੀ ਸਾਹਿਬ, ਇੱਕ ਤਾਂ ਤੁਹਾਡਾ ਰਿਐਕਸ਼ਨ ਜਿਸ ਤਰੀਕੇ ਨਾਲ ਐਕਸ਼ਨ ਹੋ ਰਿਹਾ ਹੈ, ਔਰ ਮਾਨ ਸਾਹਿਬ ਜਿਸ ਤਰੀਕੇ ਨਾਲ ਬੋਲ ਰਹੇ ਸੀ ਸੀਐਮ ਪਟਿਆਲਾ ਦੇ ਵਿੱਚ, ਤਾਂ ਬੀਜੇਪੀ ਦੇ ਵੀ ਨਿਸ਼ਾਨੇ ਸਾਧੇ। ਨੈਕਸਟ ਇਹ ਵੀ ਹੈ ਕਿ ਵੈਂਡੇਟਾ ਪੋਲਿਟਿਕਸ ਦਾ ਜ਼ਿਕਰ ਹੋ ਰਿਹਾ ਹੈ। ਜਿਹੜੇ ਇਲਜ਼ਾਮ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਤੁਹਾਡੇ ਉੱਤੇ ਲਗਾਉਂਦੀ ਹੈ, ਯਾਨੀ ਬੀਜੇਪੀ ਸੈਂਟਰ ਦੀ ਸਰਕਾਰ ਤੇ ਲਗਾਉਂਦੀ ਹੈ, ਕੁਝ ਉਸ ਤਰੀਕੇ ਦੇ ਇਲਜ਼ਾਮ ਇਸ ਸਮੇਂ ਆਮ ਆਦਮੀ ਪਾਰਟੀ ਦੇ ਵਿਰੋਧੀ ਲਗਾ ਰਹੇ ਨੇ। ਸ਼ਾਇਦ ਤੁਸੀਂ ਵੀ ਉਸ ਦੇ ਵਿੱਚ ਸ਼ਾਮਲ ਹੋਵੋ। ਦੇਖੋ ਗੌਰਵ ਜੀ, ਜਿਸ ਵਿਸ਼ੇ ਤੇ ਡਿਬੇਟ ਤੇ ਆਪਾਂ ਬੋਲ ਰਹੇ ਹਾਂ, ਸਾਰੀ ਗੱਲਬਾਤ ਕਰ ਰਹੇ ਹਾਂ, ਮੈਂ ਇਹਦੇ ਵਿੱਚ ਪਹਿਲਾਂ ਤਾਂ ਇਹ ਗੱਲ ਕਹਿਣੀ ਚਾਹੂੰਗਾ ਕਿ ਜੇ ਤਾਂ ਦਿੱਲੀ ਦੇ ਵਿੱਚ ਕੋਈ CBI ਜਾਂ ED ਕੋਈ ਕਰਪਸ਼ਨ ਦੇ ਮਾਮਲੇ ਦੇ ਉੱਤੇ ਕਾਰਵਾਈ ਕਰਦੀ ਹੈ ਜੀ, ਉਹਦੇ ਲਈ ਤਾਂ ਆਮ ਆਦਮੀ ਪਾਰਟੀ
ਕਹਿੰਦੀ ਜੀ ਇਹ ਗਲਤ ਕਰਦੇ ਨੇ, ਇਹ ਰਾਜਨੀਤੀ ਤੋਂ ਪ੍ਰੇਰਿਤ ਹੈ ਜੀ, ਇਹ ਸਾਨੂੰ ਜਿਹੜਾ ਹੈਗਾ ਧੱਕੇਸ਼ਾਹੀ ਕਰ ਰਹੇ ਨੇ। ਲੇਕਿਨ ਮੈਂ ਕਹੂੰਗਾ ਕਿ ਜੇ CBI ਤੇ ED ਨੇ ਉੱਥੇ ਰੇਡਾਂ ਕੀਤੀਆਂ ਤੇ ਜੇ ਉਹ ਪੁਖਤਾ ਸਬੂਤ ਨੇ ਤੇ ਅੱਜ 2 ਸਾਲ ਤੋਂ ਇਹਨਾਂ ਦੇ ਜੈਨ ਸਾਹਿਬ ਜਿਹੜੇ ਮੰਤਰੀ ਆ ਉਹਦੀ ਜ਼ਮਾਨਤ ਨਹੀਂ ਹੋ ਰਹੀ, ਪਹਿਲੀ ਗੱਲ। ਦੂਜੀ ਗੱਲ, ਜਿਹੜੇ ਇਹਨਾਂ ਦੇ ਡਿਪਟੀ ਮੁੱਖ ਮੰਤਰੀ ਨੇ ਮਨੀਸ਼ ਸਿਸੋਦੀਆ ਜੀ, ਉਹਨਾਂ ਦੀ ਜ਼ਮਾਨਤ ਨਹੀਂ ਹੋ ਰਹੀ, ਬਾਰ-ਬਾਰ ਜ਼ਮਾਨਤਾਂ ਲਾ ਰਹੇ ਨੇ। ਉਹਦੇ ਉੱਤੇ ਤਾਂ ਇਹ ਕਿੰਤੂ ਪਰੰਤੂ ਕਰਦੇ ਨੇ। ਔਰ ਇੱਕ ਦਿਨ ਹੀ ਇਹਨਾਂ ਦੇ ਸੁਪਰੀਮੋ ਕੇਜਰੀਵਾਲ ਜੀ ਨੂੰ ਸੱਦਿਆ ਗਿਆ ਸੀ ਤੇ ਕਿਵੇਂ ਇਹਨਾਂ ਨੇ ਜਿਹੜਾ ਸੀਗਾ ਰੌਲਾ ਖੜਾ ਕੀਤਾ ਦਿੱਲੀ ਦੀਆਂ ਸੜਕਾਂ ਦੇ ਉੱਪਰ ਜੀ। ਹੁਣ ਅੱਜ ਗਏ ਆਪਾਂ ਪੰਜਾਬ ਦੇ ਉੱਪਰ। ਜੇ ਪੰਜਾਬ ਦੇ ਵਿੱਚ ਵਿਜੀਲੈਂਸ ਕੋਈ ਕਾਰਵਾਈ ਕਰਦੀ ਹੈ, ਉਹ ਇਹ ਕਹਿੰਦੇ ਜੀ ਅਸੀਂ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਉੱਤੇ ਅਸੀਂ ਜ਼ੀਰੋ ਟੋਲਰੈਂਸ, ਸਾਡੀ ਆਮ ਆਦਮੀ ਪਾਰਟੀ, ਉਹ ਅਸੀਂ ਕਰਦੇ ਹਾਂ, ਉਹ ਸਾਡੀ ਠੀਕ ਹੈ। ਮੈਂ ਕਰਪਸ਼ਨ ਦੇ ਮਾਮਲੇ ਦੇ ਉੱਤੇ ਕਿਸੇ ਵੀ ਪਾਰਟੀ ਦਾ ਕੋਈ ਵਿਅਕਤੀ ਹੈ, ਭਾਰਤੀ ਜਨਤਾ ਪਾਰਟੀ ਦਾ ਜਿਹੜਾ ਇਸ ਮੁੱਦੇ ਤੇ ਜ਼ੀਰੋ ਟੋਲਰੈਂਸ ਵਾਲੀ ਗੱਲ ਹੈ, ਮੈਂ ਉਹਦੀ ਪੂਰੀ ਹਮਾਇਤ ਕਰਦਾ, ਉਹਦੇ ਨਾਲ ਕਰਦਾ। ਲੇਕਿਨ ਉਹ ਕਿਸੇ ਨੇ ਕਿਹਾ ਕਿ ਉਜੜੀਆਂ ਖੱਡਾਂ ਦੇ ਵਿੱਚ ਹੱਥ ਮਾਰਨ ਵਾਲੀ ਗੱਲ ਹੈ। ਜਿਸ ਤਰ੍ਹਾਂ ਦੀ ਵਿਜੀਲੈਂਸ ਕਾਰਵਾਈ ਕਰ ਰਹੀ ਹੈ ਉਹਦੇ ਵਿੱਚ ਨਿਕਲਣਾ ਕੁਝ ਵੀ ਨਹੀਂ ਹੈ। ਇਹ ਕੇਵਲ ਤੇ ਕੇਵਲ ਪੋਲੀਟੀਕਲ ਵਾਕਈ ਡਰਾਮਾ ਹੈ ਕਿ ਕਿਸੇ ਦੇ ਉੱਪਰ ਕੋਈ ਇਲਜ਼ਾਮ ਲਾਓ, ਇਲਜ਼ਾਮ ਇਕੱਠੇ ਕਰੋ, ਫਿਰ ਉਹਨੂੰ ਕਹਿ ਦਿਓ ਜੀ। ਅੱਜ ਭਗਵੰਤ ਮਾਨ ਜੀ ਖੁਦ ਹੀ ਕਹਿ ਰਹੇ ਸੀ ਕਿ ਅਸੀਂ ਤਾਂ ਜੀ ਉਹਨਾਂ ਨੂੰ ਫੜ ਕੇ ਕਾਨੂੰਨੀ ਕਾਰਵਾਈ ਕਰ ਦਿੰਦੇ ਆ, ਗਾਹਾਂ ਅੱਗੇ ਕਾਨੂੰਨ ਨੇ ਕੰਮ ਕਰਨਾ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ। ਇਹ ਜਿਹੜਾ ਸਾਰਾ ਕੰਮ ਹੈ ਕਾਨੂੰਨ ਨੇ ਕਰਨਾ। ਲੇਕਿਨ ਮੈਂ ਇਹਨਾਂ ਨੂੰ ਕਹਿਣਾ ਚਾਹੂੰਗਾ ਕਿ ਜੇ ਇਹ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਉੱਪਰ ਇੰਨੇ ਖਰੇ ਨੇ ਤੇ ਫਿਰ ਜਿਹੜੇ ਇਹਨਾਂ ਦੇ ਸਿਹਤ ਮੰਤਰੀ ਜਿਹਦੀ ਵੀਡੀਓ ਜਾਰੀ ਕੀਤੀ, ਅਨਾਉਂਸਮੈਂਟ ਜਾਰੀ ਕੀਤੀ ਪੰਜਾਬ ਦੇ ਮੁੱਖ ਮੰਤਰੀ ਜੀ ਨੇ, ਤੇ ਮੇਰੇ ਕੋਲੇ ਵੀਡੀਓ ਹੈ, ਉਹ ਵੀਡੀਓ ਹਜੇ ਤੱਕ ਜਾਂਚ ਜਾਰੀ ਨਹੀਂ ਹੋਈ, ਉਹਦੇ ਉੱਤੇ ਕੀ ਕਾਰਵਾਈ ਹੋਈ ਹੈ ਉਹ ਵੀ ਦੱਸਣ। ਦੂਜੀ ਗੱਲ, ਜਿਹੜੇ ਫੌਜਾ ਸਿੰਘ ਸਰਾਰੀ ਸੀ ਉਹਨਾਂ ਦੀ ਸ਼ਰੇਆਮ ਆਡੀਓ ਆਈ ਔਰ ਸ਼ਰੇਆਮ ਭ੍ਰਿਸ਼ਟਾਚਾਰ ਦੇ ਦੋਸ਼ ਦੇ ਵਿੱਚ ਉਹ ਦੋਸ਼ੀ ਪਾਏ ਗਏ ਨੇ। ਉਹਦੇ ਉੱਤੇ CBI ਕੀ ਕਾਰਵਾਈ ਕਰ ਰਹੀ ਹੈ, ਆਪਣੀ ਵਿਜੀਲੈਂਸ ਕੀ ਕਾਰਵਾਈ ਕਰ ਰਹੀ ਹੈ? ਨਹੀਂ ਸੋਢੀ ਸਾਹਿਬ, ਦੇਖੋ ਪੁਆਇੰਟ ਤਾਂ ਉਹੀ ਆ ਗਿਆ ਨਾ। ਤੁਸੀਂ ਕਹਿੰਦੇ ਹੋ ਕਿ ਪੋਲੀਟੀਕਲ ਡਰਾਮਾ ਹੈ ਟੋਟਲੀ, ਤਾਂ ਫਿਰ ਉਹ ਦਿੱਲੀ ਵਾਲੇ ਪਾਸੇ ਚਲੇ ਜਾਂਦੇ ਨੇ, ਕਹਿੰਦੇ ਦਿੱਲੀ ਦੇ ਵਿੱਚ ਕੀ ਹੋ ਰਿਹਾ ਹੈ। ਦਿੱਲੀ ਦੇ ਵਿੱਚ ਮੈਂ ਪਹਿਲਾਂ ਗੱਲ ਕੀਤੀ ਹੈ ਕਿ 2-2 ਸਾਲ ਤੋਂ ਜ਼ਮਾਨਤਾਂ ਨਹੀਂ ਹੋ ਰਹੀਆਂ। ਜੇ ਉਹ ਪੁਖਤਾ ਸਬੂਤ ਨੇ ਤੇ ਫਿਰ ਇੱਥੇ ਜ਼ਮਾਨਤਾਂ ਕਿਉਂ ਹੋ ਰਹੀਆਂ ਨੇ? ਇੱਥੇ ਜਿਹੜੇ ਇਹਨਾਂ ਨੇ ਵਿਜੀਲੈਂਸ ਦੇ ਉੱਪਰ ਇਹਨਾਂ ਨੇ ਕੋਈ ਕਾਰਵਾਈਆਂ ਕੀਤੀਆਂ ਉਹਦੀ ਜ਼ਮਾਨਤ ਹੋ ਜਾਂਦੀ ਹੈ। ਲੇਕਿਨ ਦਿੱਲੀ 'ਚ 2 ਸਾਲ ਤੋਂ ਜ਼ਮਾਨਤ ਨਹੀਂ ਹੋ ਰਹੀ। ਉਹ ਕਿਉਂ ਨਹੀਂ ਹੋ ਰਹੀ? ਉਹ ਇਸ ਕਰਕੇ ਨਹੀਂ ਹੋ ਰਹੀ ਕਿਉਂਕਿ ਉਹ ਪੁਖਤਾ ਸਬੂਤਾਂ ਦੇ ਆਧਾਰ ਦੇ ਉੱਤੇ ਗੱਲ ਕੀਤੀ ਗਈ ਹੈ। ਮੈਂ ਇਸੇ ਕਰਕੇ ਕਹਿਣਾ ਕਿ ਜਦੋਂ CBI ਜਾਂ ED ਕੋਈ ਕਾਰਵਾਈ ਕਰਦੀ ਹੈ ਉਦੋਂ ਇਹਨਾਂ ਨੂੰ ਡਰਾਮਾ ਲੱਗਦਾ ਹੈ। ਸੋ ਇਸ ਕਰਕੇ ਸਾਡਾ ਕਹਿਣਾ ਇਹ ਹੈ ਕਿ ਇਹਨਾਂ ਨੂੰ ਸਾਰੀਆਂ ਜਾਂਚਾਂ ਕਰਾਉਣੀਆਂ ਚਾਹੀਦੀਆਂ ਕਿ ਜਿਹੜੇ ਇਹਨਾਂ ਦੇ MLA ਨੇ ਟਰੱਕ ਯੂਨੀਅਨ ਤੇ ਕਬਜ਼ੇ ਕੀਤੇ ਨੇ ਉਹਨਾਂ ਦੀ ਜਾਂਚ ਵੀ ਹੋਣੀ ਚਾਹੀਦੀ ਹੈ। ਆਪਾਂ ਹੁਣ ਜਵਾਬ ਲਈਏ ਗਰੇਵਾਲ ਸਾਹਿਬ, ਹਰੀਸ਼ ਰਾਏ ਟਾਂਡਾ ਜੀ ਦਾ ਤੁਸੀਂ ਜਵਾਬ ਦੇਣਾ ਹੋਣਾ। ਪਰ ਕੁੱਲ ਮਿਲਾ ਕੇ ਤੁਹਾਡੇ ਸਾਰੇ ਵਿਰੋਧੀ ਇਸ ਸਮੇਂ ਜਾਂ ਤਾਂ ਪੋਲੀਟੀਕਲ ਵੈਂਡੇਟਾ ਇਸ ਨੂੰ ਕਹਿ ਰਹੇ ਨੇ ਜਾਂ ਪੋਲੀਟੀਕਲ ਡਰਾਮਾ। ਤੇ ਦੂਜਾ ਪੁਆਇੰਟ ਇਹ ਵੀ ਕਹਿੰਦੇ ਨੇ ਕਿ ਜਦੋਂ ਦਿੱਲੀ 'ਚ ਐਕਸ਼ਨ ਹੁੰਦਾ ਤੇ ਤੁਹਾਨੂੰ ਲੱਗਦਾ ਹੈ ਕਿ ਬਦਲਾਖੋਰੀ ਹੋ ਰਹੀ ਹੈ, ਜਦੋਂ ਪੰਜਾਬ ਦੇ ਵਿੱਚ ਐਕਸ਼ਨ ਹੋ ਰਿਹਾ ਹੁੰਦਾ ਤਾਂ ਤੁਹਾਨੂੰ ਲੱਗਦਾ ਕਿ ਨਹੀਂ ਜੀ ਪੰਜਾਬ ਦੇ ਵਿੱਚ ਤਾਂ ਬਿਲਕੁਲ ਸਹੀ ਐਕਸ਼ਨ ਹੋ ਰਿਹਾ ਹੈ। गौरव जी, मैं शुरुआत करूंगा ये कह के कि मानयोग चीफ जस्टिस साहब हिंदुस्तान दे जस्टिस चंद्रचूड़ साहब ये कह चुके ने कि लोअर जुडिशरी नूं पोलिटिकल इंटरफेरेंस तो दूर करना मेरी प्रायोरिटी नंबर 1 है। वो कह चुके ने ऑन रिकॉर्ड ने, मैं कितों होर नहीं बोल रहा। पहली गल। दूजी गल मैं जिहड़ी गल करनी चाहना कि साडे ते केस पाए बिल्कुल रिकवरी, चलो कख भी नहीं मिलिया, 70,000 रुपया डिप्टी CM ने मिल गया, जैन साहब के कख नहीं मिला, कोई गल नहीं। बाकी करप्शन बारे सतपाल मलिक जी दस चुके हैं, पुलवामा च किया दस चुके हैं। हुण रही गल टांडा साहब ने जो किया, सर साडे लई पब्लिक सर्वेंट है MLA, ਅਸੀਂ ਪ੍ਰੈਸੀਡੈਂਟ ਸੈੱਟ ਕਰਾਂਗੇ ਬਾय ਲॉ ਐਂਡ ਅਸੀਂ ਪੰਜਾਬ ਅਸੈਂਬਲੀ ਵਿੱਚ ਇੱਕ ਬਿੱਲ ਲਿਆਵਾਂਗੇ ਬੜੀ ਜਲਦ ਕਿ MLA ਪਬਲਿਕ ਸਰਵੈਂਟ ਹੈ, ਪਬਲਿਕ ਦਾ ਨੌਕਰ ਹੈ। ਉਹ ਜੇ ਨੌਕਰ ਰਹਿੰਦੇ ਹੋਏ ਕੋਈ ਠੱਗੀ ਠੋਰੀ ਮਾਰਦਾ ਹੈ ਤਾਂ ਉਹਨੂੰ ਉਹਦੇ ਲਈ ਅਕਾਊਂਟੇਬਲ ਹੋਣਾ ਪਏਗਾ। ਇਹ ਅਸੀਂ ਮੰਨਦੇ ਹਾਂ। ਅੱਜ ਦਾ ਕਾਨੂੰਨ ਅੰਗਰੇਜ਼ਾਂ ਦਾ ਬਣਾਇਆ ਕਾਨੂੰਨ ਜਿਹੜਾ ਕਿ ਤੁਹਾਨੂੰ ਲੋਕਾਂ ਨੂੰ ਬਹੁਤ ਪਸੰਦ ਸੀ, ਉਹ ਇਹ ਨਹੀਂ ਕਹਿੰਦਾ, ਪਰ ਅਸੀਂ ਤੁਹਾਡੀ ਸਟੇਟਸ ਕੋ ਨਾ ਹਾਂ ਨਹੀਂ ਕਰਦੇ। ਸਰ ਲੈਟ ਮੀ ਫਿਨਿਸ਼, 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 ਸਾਲ ਚ ਬਣਿਆ, ਸਰ ਲੈਟ ਮੀ ਫਿਨਿਸ਼, ਸਰ ਲੈਟ ਮੀ ਫਿਨਿਸ਼। ਨਹੀਂ IPC ਵੀ ਕਿਉਂ ਵੀ ਨੌਨਸੈਂਸ ਚ ਬੋਲੀ ਜਾਣਾ। ਬੜੇ ਸੀਨੀਅਰ ਲਾਇਰ ਹੋ ਤੁਸੀਂ, ਬੜੇ ਸੀਨੀਅਰ ਲਾਇਰ ਹੋ ਤੁਸੀਂ, ਇੱਕ ਪੁਆਇੰਟ ਫੜ ਲਿਆ, ਤੁਸੀਂ ਸਾਲ ਫੜ ਲਿਆ, ਤੁਸੀਂ ਕਰੈਕਟ ਕਰ ਦਿਓ, ਤੁਸੀਂ ਕਰੈਕਟ ਕਰ ਦਿਓ ਇੱਕ ਇੱਕ ਕਰਕੇ ਸਰ ਲੋਕਾਂ ਨੂੰ ਸਮਝ ਆਏਗਾ। ਟਾਂਡਾ ਸਾਹਿਬ ਮੈਂ ਤੁਹਾਡਾ ਰਿਐਕਸ਼ਨ ਲੈਣਾ, ਥੋੜਾ ਇੱਕ ਵਾਰੀ ਵੇਟ ਕਰਿਓ। ਨਹੀਂ ਗਰੇਵਾਲ ਸਾਹਿਬ ਦੇਖੋ, ਜੋ ਜਦੋਂ ਹੋਏਗਾ ਉਸ ਸਮੇਂ ਦੀ ਗੱਲ ਹੋਏਗੀ, ਮੌਜੂਦਾ ਸਮੇਂ ਦੇ ਵਿੱਚ ਗੱਲ ਹੋ ਰਹੀ ਹੈ।
ਮੈਂ ਮੌਜੂਦਾ ਸਮੇਂ 'ਚ ਇਹ ਗੱਲ ਕਰ ਰਿਹਾ ਕਿ ਲੈ ਦੇ ਕੇ ਅਕਾਲੀ ਦਲ ਕੋਲ ਬਚਿਆ ਕੀ। ਅੱਜ ਕਹਿੰਦੇ ਆ ਮਾਨ ਸਾਹਿਬ ਦੀ ਇਹਨਾਂ ਨੂੰ ਸ਼ਬਦਾਵਲੀ ਤੇ ਬੜਾ ਇਤਰਾਜ਼ ਹੈ। ਜਿਸ ਤਰ੍ਹਾਂ ਦੀ ਸ਼ਬਦਾਵਲੀ ਬੀਬਾ ਜੀ, ਮਜੀਠੀਆ ਸਾਹਿਬ, ਬਾਦਲ ਸਾਹਿਬ, ਛੋਟੇ ਬਾਦਲ ਸਾਹਿਬ ਵਰਤਦੇ ਸੀਗੇ, ਉਹ ਕੋਈ ਐਰੋਗੈਂਸ ਥੋੜੀ ਹੁੰਦੀ ਹੈ ਜੀ। ਇਹ ਤਾਂ ਇੱਕ ਗੱਲ ਪਤਾ ਕੀ ਹੈ ਜੀ, ਇਹਨਾਂ ਦੇ ਬੱਚਿਆਂ ਦੀਆਂ ਬਾਰੀਆਂ ਤੁਸੀਂ ਨਵੀਂ ਪਿਰਤ ਪਾ ਰਹੇ ਹੋ। ਦੇਖੋ ਨਹੀਂ ਗਰੇਵਾਲ ਸਾਹਿਬ, ਤੁਸੀਂ ਨਵੀਂ ਪਿਰਤ ਪਾ ਰਹੇ ਹੋ। ਉਹ ਪੰਜਾਬੀ ਚ ਕਹਿੰਦੇ ਨੇ ਭਾਜੀ ਮੋੜਨ ਵਾਲੀ ਗੱਲ। ਇਹ ਤਾਂ ਲੱਗ ਰਿਹਾ ਕਿ ਜਦੋਂ ਸਰਕਾਰਾਂ ਬਦਲਣਗੀਆਂ ਫਿਰ ਉਹ ਦੂਜੀਆਂ ਸਰਕਾਰਾਂ ਦੇ ਪਿੱਛੇ ਪੈ ਜਾਣਗੀਆਂ। ਨਵੀਂ ਪਿਰਤ ਮਾਨ ਸਾਹਿਬ ਦੀ ਇਨਪ੍ਰੌਂਪਟ ਹੈ। ਸਰ ਮੈਂ ਬੇਨਤੀ ਕਰਦਾ ਸਾਹਿਬ, ਮੈਂ ਸਮਝਦਾ ਤੁਸੀਂ ਤਹਿਜ਼ੀਬ ਰੱਖਦੇ ਹੋ, ਤੁਸੀਂ ਕਹੋਗੇ ਯੈਸ ਵੀ ਸ਼ੁੱਡ ਅਵੋਇਡ। ਸਰ ਮੈਂ ਬੋਲਾਂ ਸਰ ਮੈਂ ਪਲੀਜ਼ ਥੋੜੇ ਜਲਦੀ ਉਹ ਤੁਸੀਂ ਕਨਕਲੂਡ ਕਰ ਦਿਓ ਪਲੀਜ਼। ਫਿਰ ਸਰ ਬਿਲਕੁਲ ਇਹ ਰੱਖਦੇ ਆ ਕਿ ਬਾਈ ਇਲੈਕਸ਼ਨ 'ਚ ਰੂਲਿੰਗ ਪਾਰਟੀ ਦੇ ਐਮਐਲਏ ਦਾ ਕੇਸ ਪੈਂਦਾ, ਕਿਸੇ ਦੀ ਦੁਸ਼ਮਣੀ ਨਹੀਂ ਪੈਂਦੀ, ਕਿਸੇ ਪਿੰਡ 'ਚ ਕਿਸੇ ਸ਼ਹਿਰ 'ਚ ਇਮਾਨਦਾਰੀ ਨਾਲ ਸਟੇਟ ਗਵਰਨਮੈਂਟ ਜਿੱਤਦੀ ਹੈ, ਪਹਿਲੀ ਗੱਲ। ਦੂਜੀ ਪਿਰਤ ਇਹ ਪਾਉਣੀ ਆ ਕਿ ਕੋਈ ਗਾਲੀ ਗਲੋਚ ਨਹੀਂ ਹੋਊਗਾ, ਕੋਈ ਪਰਸਨਲ ਅਟੈਕ ਨਹੀਂ ਹੋਊਗਾ, ਕਿਸੇ ਦੇ ਧੀਆਂ ਭੈਣਾਂ ਬੱਚਿਆਂ ਤੇ ਕਿਸੇ ਦੀ ਪਰਸਨਲ ਲਾਈਫ ਤੇ ਨਹੀਂ ਕਰਾਂਗੇ, ਇਹ ਕੋਈ ਕਸਰਾ ਨਹੀਂ ਛੱਡਦੇ। ਤੀਜੀ ਪਿਰਤ ਇਹ ਪਾਉਣੇ ਆ ਐਰੋਗੈਂਸ ਨਹੀਂ ਹੈ, ਉਹ ਸੱਚਾ ਬੰਦਾ। ਤੁਸੀਂ ਸੋਚਿਆ ਸੀ ਕਿ ਸਾਡੇ ਬੱਚਿਆਂ ਦੀਆਂ ਬਾਰੀਆਂ ਨੇ, ਕਦੇ ਬਾਦਲ ਕਦੇ ਅਮਰਿੰਦਰ, ਕਦੇ ਬਾਦਲ ਕਦੇ ਅਮਰਿੰਦਰ, ਅਸੀਂ ਆਉਂਦੇ ਰਹਾਂਗੇ। ਹੁਣ ਤੁਹਾਨੂੰ ਤਕਲੀਫ ਇਹ ਹੈ ਕਿ ਇਹ ਕਿੱਥੋਂ ਆ ਗਏ, ਇਹ ਸਿਆਪਾ ਕਿੱਥੋਂ ਤਕੜਿਆ। ਮੁੱਕਦੀ ਗੱਲ ਇਹ ਹੈ ਜੀ, ਪੰਜਾਬ ਪੀਪਲ ਹੈਵ ਸਪੋਕਨ। ਤੁਸੀਂ ਜਿੰਨੇ ਮਰਜ਼ੀ ਸੈਕਸ਼ਨ ਲਿਆਓ, ਜਿੰਨਾ ਮਰਜ਼ੀ ਕੁਝ ਲਿਆਓ, ਜੇ ਇੱਕ ਇਮਾਨਦਾਰ ਬੰਦਾ 14 ਮਹੀਨਿਆਂ ਤੋਂ ਮਿਹਨਤ ਕਰ ਰਿਹਾ ਸੀਗਾ, ਪੰਜਾਬ ਨੇ ਉਹਦਾ ਸਾਥ ਦਿੱਤਾ। ਠੀਕ ਹੈ, ਚਲੋ ਧੰਨਵਾਦੀ ਸਾਨੂੰ ਮਾਣ ਆਪਣੇ ਮਾਣ ਤੇ। ਥੋੜੀ ਵੇਟ ਕਰਿਓ ਟਾਂਡਾ ਸਾਹਿਬ, ਉਹਨੇ ਦੇ ਦਿਓ ਟਾਂਡਾ ਸਾਹਿਬ। ਸਰ ਇਟਸ ਸੋ ਅਨਫੋਰਚੂਨੇਟ ਕਿ ਆਮ ਆਦਮੀ ਪਾਰਟੀ ਦੇ ਸਪੋਕਸਪਰਸਨਸ ਨੇ ਜਿੰਨੀ ਦੇਰ ਰਾਜ ਨਹੀਂ ਆਇਆ ਇੱਕ ਪੋਜ਼ਿਟਿਵ ਅੱਖਰ ਨਹੀਂ ਮੁੱਲੇ, ਗਾਲਾਂ ਹੀ ਕੱਢਦੇ ਪਏ ਆ ਸਭ ਨੂੰ। ਐਂਡ ਕੁਝ ਨੈਟਵਰਕ ਇਸ਼ੂ ਲੱਗ ਰਿਹਾ ਹੈ, ਟਾਂਡਾ ਸਾਹਿਬ ਦੀ ਆਵਾਜ਼ ਨਹੀਂ ਆ ਰਹੀ। ਗਰੇਵਾਲ ਸਾਹਿਬ, ਮੈਂ ਟਾਂਡਾ ਸਾਹਿਬ ਆਣਾ ਤੁਹਾਡੇ ਕੋਲ। ਅੰਗਰੇਜ਼ਾਂ ਦਾ ਬਣਾਇਆ ਕਾਨੂੰਨ ਹੈ, ਤੁਹਾਡੀ ਆਵਾਜ਼ ਕਦੇ ਪਬਲਿਕ ਸੈਂਟੀਮੈਂਟਸ ਖੇਡਨੇ ਹੈ ਕਿ ਐਮਐਲਏ ਸਰਵੈਂਟ ਹੈ, ਕਦੇ ਇਹਨਾਂ ਨੇ ਕੁਝ ਹੋਰ ਕਰਨਾ। ਮਤਲਬ ਕਿ ਬਾਪ ਜੀ ਕਦੇ ਲੀਗਲ ਮਾਈਂਡ ਨਾਲ ਵੀ ਕਦੇ ਜਵਾਬ ਦੇ ਲੋ। ਕਦੇ I am not a lawyer. ਤੁਸੀਂ I'm not a lawyer. I am a politician. I am not a lawyer. I love my country. ਮੈਂ ਤੁਹਾਨੂੰ ਰਿਕੁਐਸਟ ਕਰਦਾ ਹਾਂ ਸਰ, ਲੀਗਲ ਨਹੀਂ, ਮੈਂ ਆਪਣੇ ਦੇਸ਼ ਨੂੰ ਗਰੇਵਾਲ ਸਾਹਿਬ ਥੋੜੀ ਵੇਟ ਕਰਿਓ। ਮੈਂ ਉਹੀ ਕਹਿ ਰਿਹਾ ਕਿ ਪੂਰੀ ਡਿਬੇਟ ਇਸ ਗੱਲ ਦੇ ਉੱਤੇ ਚਲੀ ਗਈ ਕਿ ਉਹ ਪਬਲਿਕ ਸਰਵੈਂਟ ਹੈ ਕਿ ਨਹੀਂ ਹੈ। ਹਾਂਜੀ ਸਰ, ਐਮਐਲਏ ਮਤਲਬ ਨੌਕਰ, ਮੈਂਬਰ ਲੈਜਿਸਲੇਟਿਵ ਸਮਝ ਆ ਰਹੀ ਹੈ ਸਰ, ਉਹ ਸਮਝ ਆ ਰਹੀ ਹੈ, ਉਹਨਾਂ ਨੂੰ ਕੰਪਲੀਟ ਕਰ ਲੈਣ ਦਿਓ ਇੱਕ ਵਾਰੀ। ਨਹੀਂ ਦੇਖੋ, ਜਵਾਬਦੇਹੀ ਤਾਂ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਨੂੰ ਤਾਂ ਹੈ, ਉਸ ਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੈ। ਹੁਣ ਟੈਕਨੀਕਲਿਟੀਜ਼ ਦੇ ਵਿੱਚ ਆਪਾਂ ਜਾਈਏ ਤਾਂ ਜਿਹੜੀਆਂ ਧਾਰਾਵਾਂ ਜਿਸ ਬੰਦੇ ਦੇ ਉੱਤੇ ਲੱਗਦੀਆਂ ਨੇ ਜਾਂ ਲੱਗਣੀਆਂ ਚਾਹੀਦੀਆਂ ਨੇ ਜਾਂ ਲੱਗ ਸਕਦੀਆਂ ਨੇ, ਉਸ ਦੇ ਉੱਤੇ ਗੱਲਬਾਤ ਹੋਣੀ ਜ਼ਰੂਰੀ ਹੈ। ਟਾਂਡਾ ਸਾਹਿਬ। Sir, this is clear-cut vendetta. MLA is not public servant. And a public speech ਕਰਨ ਲੱਗ ਜਾਣਾ, MLA ਨੌਕਰ ਹੈ, ਅਸੀਂ ਨੌਕਰ ਬਣਾਵਾਂਗੇ, ਇਹ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ। MLA is people's representative and MLA will remain people's representative. MLA is a part of legislature. ਜਦ ਮਿਨਿਸਟਰੀ ਯੈਸ ਸਰ, ਜੇ ਜੁਡੀਸ਼ਰੀ ਤੇ ਐਗਜ਼ੈਕਟਿਵ ਨੌਕਰ ਹੋ ਸਕਦੇ ਆ ਤੇ ਲੈਜਿਸਲੇਚਰ ਕਿਉਂ ਨਹੀਂ ਹੋ ਸਕਦਾ ਸਰ? ਠੀਕ ਹੈ, ਚਲੋ ਲੈਜਿਸਲੇਚਰ ਕਿਉਂ ਨਹੀਂ ਨੌਕਰ ਹੋ ਸਕਦਾ? ਥੋੜਾ ਜਿਹਾ ਮੈਨੂੰ